ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 11ਵੀਂ ਜਮਾਤ ਦੇ ਰਾਜ ਅਤੇ ਸਰਕਾਰ ਦੇ ਵਿੱਚ ਅੰਤਰ ਬਾਰੇ। ਅਰਸਤੂ ਦੇ ਅਨੁਸਾਰ ਰਾਜ ਦਾ ਜਨਮ ਮਨੁੱਖ ਦੇ ਜੀਵਨ ਦੀਆਂ ਸਧਾਰਨ ਲੋੜਾਂ ਦੀ ਪੂਰਤੀ ਲਈ ਹੁੰਦਾ ਹੈ, ਪਰ ਇਸ ਦੀ ਹੋਂਦ ਚੰਗਾ ਜੀਵਨ ਬਣਾਏ ਰੱਖਣ ਦੇ ਲਈ ਬਣੀ ਰਹਿੰਦੀ ਹੈ। ਅਨੇਕਾਂ ਵਿਚਾਰਕਾਂ ਨੇ ਰਾਜ ਬਾਰੇ ਆਪਣੇ ਵਿਚਾਰ ਰੱਖੇ ਹਨ, ਜਿਨ੍ਹਾਂ ਵਿੱਚ ਬਲਾਂਸੀ, ਵੁਡਰੋ ਵਿਲਸਨ, ਪ੍ਰੋਫੈਸਰ ਲਾਸਕੀ ਆਦਿ ਹਨ। ਪਰੰਤੂ ਕਿਸੇ ਨਾ ਕਿਸੇ ਪੱਖ ਤੋਂ ਰਾਜ ਦੇ ਤੱਤਾਂ ਕਾਰਨ ਖੇਤਰ ਨੂੰ ਪੂਰਨ ਰੂਪ ਵਿੱਚ ਪੇਸ਼ ਕਰਨ ਵਿੱਚ ਅਸਮਰੱਥ ਰਹੀਆਂ। ਪਰੰਤੂ ਡਾਕਟਰ ਗਾਰਨਰ ਦੀ ਪਰਿਭਾਸ਼ਾ ਨੂੰ ਸਰਬ-ਉੱਤਮ ਮੰਨਿਆ ਜਾਂਦਾ ਹੈ। ਗਾਰਨਰ ਦੇ ਅਨੁਸਾਰ ਰਾਜ ਥੋੜ੍ਹੀ ਜਾਂ ਬਹੁਤੀ ਮਿਣਤੀ ਵਾਲੇ ਵਿਅਕਤੀਆਂ ਦਾ ਇੱਕ ਸਮੂਹ ਹੈ, ਜੋ ਕਿਸੇ ਪ੍ਰਦੇਸ਼ ਦੇ ਨਿਸ਼ਚਿਤ ਭੂ ਖੇਤਰ ਵਿੱਚ ਸਥਾਈ ਰੂਪ ਵਿੱਚ ਰਹਿੰਦਾ ਹੈ, ਜੋ ਬਾਹਰਲੇ ਕੰਟਰੋਲ ਤੋਂ ਲਗਭਗ ਜਾਂ ਪੂਰੀ ਤਰ੍ਹਾਂ ਸੁਤੰਤਰ ਹੋਵੇ ਅਤੇ ਜਿਸ ਦੀ ਇੱਕ ਸੰਗਠਿਤ ਸਰਕਾਰ ਹੋਵੇ, ਜਿਸ ਦੀ ਆਗਿਆ ਦਾ ਪਾਲਣ ਨਿਵਾਸੀਆਂ ਦਾ ਇੱਕ ਵੱਡਾ ਸਮੂਹ ਸੁਭਾਵਿਕ ਤੌਰ 'ਤੇ ਕਰਦਾ ਹੋਵੇ। ਸਰਕਾਰ ਰਾਜ ਦੀ ਉਹ ਏਜੰਸੀ ਹੈ ਜਿਸ ਦੇ ਰਾਹੀਂ ਰਾਜ ਆਪਣੀ ਸਮੂਹਿਕ ਇੱਛਾ ਦਾ ਨਿਰਮਾਣ ਅਤੇ ਪ੍ਰਗਟਾਵਾ ਕਰਦਾ ਹੈ, ਪ੍ਰਸ਼ਾਸਨ ਨੂੰ ਚਲਾਉਂਦੇ ਹੈ, ਨੀਤੀਆਂ ਨੂੰ ਨਿਰਧਾਰਤ ਕਰਦਾ ਹੈ। ਸਰਕਾਰ ਰਾਜ ਦੇ ਸਾਂਝੇ ਹਿੱਤਾਂ ਦਾ ਵਿਕਾਸ ਕਰਦੀ ਹੈ। ਉਸ ਤੋਂ ਅੱਗੇ ਰਾਜ ਦੇ ਅੰਤਰ ਨੇਗੇ। ਪਹਿਲਾ ਪੁਆਇੰਟ ਹੈ, ਜਿਵੇਂ ਰਾਜ ਦੇ ਲਈ 4 ਜ਼ਰੂਰੀ ਤੱਤ ਨੇਗੇ। ਰਾਜ ਦੇ ਨਿਰਮਾਣ ਲਈ ਜਨਸੰਖਿਆ, ਭੂਮੀ, ਸਰਕਾਰ ਅਤੇ ਪ੍ਰਭੂਸੱਤਾ ਜ਼ਰੂਰੀ ਹਨ। ਇਹਨਾਂ ਵਿੱਚੋਂ ਇੱਕ ਤੱਤ ਦੀ ਅਣਹੋਂਦ ਕਾਰਨ ਰਾਜ ਹੋਂਦ ਵਿੱਚ ਨਹੀਂ ਆ ਸਕਦਾ, ਜਦੋਂ ਕਿ ਸਰਕਾਰ ਰਾਜ ਦਾ ਇੱਕ ਜ਼ਰੂਰੀ ਤੱਤ ਹੈ, ਜੋ ਰਾਜ ਦੇ ਨਿਰਮਾਣ ਲਈ ਅਤੀ ਜ਼ਰੂਰੀ ਹੈ। ਉਸ ਤੋਂ ਅੱਗੇ ਦੂਸਰਾ ਪੁਆਇੰਟ, ਰਾਜ ਵਿੱਚ ਸਮੁੱਚੀ ਜਨਸੰਖਿਆ ਸ਼ਾਮਲ ਹੁੰਦੀ ਹੈ, ਪਰੰਤੂ ਸਰਕਾਰ ਵਿੱਚ ਉਹ ਵਿਅਕਤੀ ਜੋ ਕਾਨੂੰਨ ਦਾ ਨਿਰਮਾਣ, ਕਾਨੂੰਨਾਂ ਨੂੰ ਲਾਗੂ ਕਰਨ, ਕਾਨੂੰਨਾਂ ਦੀ ਵਿਆਖਿਆ ਕਰਨ ਵਾਲੇ, ਪ੍ਰਸ਼ਾਸਨ ਨੂੰ ਚਲਾਉਣ ਲਈ ਸ਼ਾਂਤੀ ਕਾਨੂੰਨ ਦੀ ਵਿਵਸਥਾ ਰੱਖਣ ਵਾਲੇ ਹੀ ਸ਼ਾਮਲ ਹੁੰਦੇ ਹਨ। ਤੀਜਾ ਪੁਆਇੰਟ, ਰਾਜ ਲਈ ਭੂ ਖੇਤਰ ਜ਼ਰੂਰੀ ਹੁੰਦਾ ਹੈ। ਇਸ ਤੋਂ ਬਿਨਾਂ ਰਾਜ ਦੀ ਹੋਂਦ ਨਹੀਂ ਹੋ ਸਕਦੀ, ਪਰੰਤੂ ਸਰਕਾਰ ਲਈ ਭੂ ਖੇਤਰ ਦਾ ਹੋਣਾ ਜ਼ਰੂਰੀ ਵੀ ਨਹੀਂ। ਕੋਈ ਸਰਕਾਰ ਆਪਣੇ ਰਾਜ ਤੋਂ ਬਾਹਰ ਬੈਠ ਕੇ ਕੰਮ ਚਲਾ ਸਕਦੀ ਹੈ। ਦੂਜੀ ਸੰਸਾਰ ਜੰਗ ਸਮੇਂ ਫਰਾਂਸ ਨੇ ਇੰਗਲੈਂਡ ਵਿੱਚ ਆਪਣੀ ਜਲਵਤਨੀ ਸਰਕਾਰ ਸਥਾਪਿਤ ਕਰ ਲਈ ਸੀ ਅਤੇ ਕੰਮ ਚਲਾਇਆ ਸੀ। ਉਸ ਤੋਂ ਅੱਗੇ ਚੌਥਾ, ਰਾਜ ਸਥਾਈ ਹੁੰਦਾ ਹੈ, ਜਦੋਂ ਕਿ ਸਰਕਾਰਾਂ ਅਸਥਾਈ ਹੁੰਦੀਆਂ ਹਨ। ਭਾਰਤ ਵਿੱਚ ਅਨੇਕਾਂ ਸਰਕਾਰਾਂ ਆਪਣੀਆਂ ਮਿਆਦ ਤੋਂ ਪਹਿਲਾਂ ਟੁੱਟ ਗਈਆਂ ਹਨ। ਠੀਕ ਹੈ, ਰਾਜ ਇੱਕ ਥਾਂ 'ਤੇ ਖੜ੍ਹਾ ਰਹਿੰਦਾ ਹੈ, ਪਰ ਜਿਹੜੀ ਸਰਕਾਰ ਆ ਉਹਦਾ ਜਿਹੜਾ ਅਸਥਾਈ ਹੁੰਦੀ ਹੈਗੀ ਸਰਕਾਰ, ਜਿਹੜੀ ਉਹ ਕਿਸੇ ਵੀ ਸਮੇਂ ਜਿਹੜਾ ਉਹ ਡਿੱਗ ਸਕਦੀ। ਬੇਸ਼ੱਕ ਸਰਕਾਰ ਦਾ ਸਮਾਂ ਜਿਹੜਾ ਉਹ 5 ਸਾਲ ਦਾ ਹੁੰਦਾ, ਭਾਰਤ ਵਿੱਚ ਆਪਾਂ ਦੇਖਿਆ ਹੈਗਾ, ਪੜ੍ਹਦੇ ਹੈਗੇ, ਪਰ 5 ਸਾਲ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਉਹ ਟੁੱਟ ਜਾਂਦੀਆਂ ਨੇ, ਡਿੱਗ ਜਾਂਦੀਆਂ ਨੇਗੀਆਂ। ਉਸ ਤੋਂ ਅੱਗੇ ਪੰਜਵਾਂ, ਰਾਜ ਨਿਰੰਕਾਰ ਹੈ। ਰਾਜ ਇੱਕ ਨਿਰੰਕਾਰ ਸਰੂਪ ਹੈ, ਜਿਸ ਨੂੰ ਦੇਖਿਆ ਨਹੀਂ ਜਾ ਸਕਦਾ, ਜਦੋਂ ਕਿ ਸਰਕਾਰ ਇੱਕ ਮੂਰਤੀਮਾਨ ਸੰਗਠਨ ਹੈ। ਪ੍ਰਸ਼ਾਸਨ ਚਲਾਉਣਾ, ਨੀਤੀਆਂ ਬਣਾਉਣਾ ਆਦਿ ਵਿੱਚ ਅਨੇਕਾਂ ਵਿਅਕਤੀਆਂ ਦਾ ਸਮੂਹ ਦੇਖਿਆ ਜਾ ਸਕਦਾ ਹੈ। ਠੀਕ ਹੈ, ਰਾਜ ਜਿਹੜਾ ਉਹ ਨਿਰੰਕਾਰ ਹੈਗਾ। ਰਾਜ ਦਾ ਰੂਪ ਨਹੀਂ ਦੇਖ ਸਕਦੇ ਆਪਾਂ, ਪਰ ਸਰਕਾਰ ਦਾ ਜਿਹੜਾ ਸਰੂਪ ਆ ਉਹ ਦੇਖ ਸਕਦੇ ਹਾਂ, ਰੂਪ ਆਪਾਂ ਦੇਖ ਸਕਦੇ ਹਾਂ। ਉਸ ਤੋਂ ਅੱਗੇ ਛੇਵਾਂ, ਰਾਜ ਮੈਂਬਰਸ਼ਿਪ ਜ਼ਰੂਰੀ ਹੈ।
ਜੋ ਕਿ ਵਿਅਕਤੀ ਰਾਜ ਦੀ ਭੂ ਖੇਤਰ ਵਿੱਚ ਜਨਮ ਲੈਂਦਾ ਹੈ ਉਸ ਦਾ ਨਿਵਾਸੀ ਹੁੰਦਾ ਹੈ। ਪਰੰਤੂ ਸਰਕਾਰ ਵਿੱਚ ਕੋਈ ਵੀ ਵਿਅਕਤੀ ਦਾ ਮੈਂਬਰ ਬਣਨਾ ਜ਼ਰੂਰੀ ਨਹੀਂ। ਉਹ ਕਿਸੇ ਵੀ ਸਮੇਂ ਆਪਣੀ ਇੱਛਾ ਅਨੁਸਾਰ ਸਰਕਾਰ ਦੀ ਮੈਂਬਰਸ਼ਿਪ ਤਿਆਗ ਸਕਦਾ ਹੈ। ਠੀਕ ਹੈ ਜੀ। ਜਦੋਂ ਕੋਈ ਬੰਦਾ ਜਿਹੜਾ ਵਿਅਕਤੀ ਉਹ ਜਨਮ ਲੈ ਲੈਂਦਾ ਉਦੋਂ ਉਹ ਰਾਜ ਦਾ ਨਿਵਾਸੀ ਬਣ ਜਾਂਦਾ ਗਾ। ਪਰ ਸਰਕਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਈ ਵਾਰ ਵਿਅਕਤੀ ਜਿਹੜੇ ਉਹ ਸ਼ਾਮਲ ਹੋ ਜਾਂਦੇ, ਕਈ ਵਾਰ ਉਹ ਛੱਡ ਕੇ ਚਲੇ ਜਾਂਦੇ ਨੇਗੇ, ਤਿਆਗ ਪੱਤਰ ਦੇ ਦਿੰਦੇ ਨੇ, ਰਿਜ਼ਾਇਨ ਕਰ ਜਾਂਦੇ ਨੇ। ਉਸ ਤੋਂ ਅੱਗੇ 7ਵਾਂ ਰਾਜ ਦਾ ਵਿਸ਼ਾਲ ਖੇਤਰ ਹੈ। ਰਾਜ ਦਾ ਖੇਤਰ ਵਿਸ਼ਾਲ ਹੋਣ ਕਰਕੇ ਭੂਮੀ ਵਸੋਂ ਪ੍ਰਭੂਸੱਤਾ ਭਾਈਚਾਰਾ ਏਕਤਾ ਅਨੇਕ ਤੱਤ ਇਸ ਵਿੱਚ ਸ਼ਾਮਲ ਹਨ। ਜਦੋਂ ਕਿ ਸਰਕਾਰ ਤਾਂ ਰਾਜ ਦਾ ਤੱਤ ਹੈ। ਉਸ ਤੋਂ ਅੱਗੇ 8ਵਾਂ ਰਾਜ ਦੀਆਂ ਕਿਸਮਾਂ ਨਹੀਂ ਹੁੰਦੀਆਂ। ਰਾਜ ਸਾਰੇ ਸੰਸਾਰ ਵਿੱਚ ਇੱਕ ਹੀ ਰੂਪ ਵਿੱਚ ਪਾਇਆ ਜਾਂਦਾ ਹੈ। ਇਸ ਦੇ 4 ਤੱਤ ਹੋਣੇ ਜ਼ਰੂਰੀ ਹਨ। ਜਦੋਂ ਕਿ ਸਰਕਾਰ ਵਿੱਚ ਅਨੇਕਾਂ ਕਿਸਮਾਂ ਹਨ, ਜਿਵੇਂ ਸੰਸਦੀ ਪ੍ਰਧਾਨਗੀ, ਤਾਨਾਸ਼ਾਹੀ, ਕੁਲੀਨ ਤੰਤਰ ਆਦਿ। 9ਵਾਂ ਪ੍ਰਭੂਸੱਤਾ ਦੀ ਵਰਤੋਂ ਕਰਨ ਦੇ ਪੱਖ ਤੋਂ ਰਾਜ ਮਾਲਕ ਦਾ ਰੋਲ ਅਦਾ ਕਰਦਾ ਹੈ। ਜਦੋਂ ਕਿ ਸਰਕਾਰ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰਦੀ ਹੈ। ਸਰਕਾਰ ਉਸੇ ਪ੍ਰਭੂਸੱਤਾ ਦੀ ਵਰਤੋਂ ਕਰੇਗੀ ਜੋ ਰਾਜ ਵੱਲੋਂ ਸਰਕਾਰ ਨੂੰ ਦਿੱਤੀ ਗਈ ਹੈ। ਛਿੱਟਾ 'ਤੇ ਪਹੁੰਚਦੇ ਹਾਂ ਆਪਾਂ ਜੀ। ਰਾਜ ਅਤੇ ਸਰਕਾਰ ਵਿਚਕਾਰ ਮੈਂਬਰਸ਼ਿਪ, ਆਕਾਰ, ਸਰੂਪ, ਖੇਤਰ, ਪ੍ਰਭੂਸੱਤਾ, ਸਮਾਂ ਆਦਿ ਦੇ ਆਕਾਰ 'ਤੇ ਅੰਤਰ ਕੀਤਾ ਗਿਆ ਹੈ। ਪਰ ਫਿਰ ਵੀ ਇਹਨਾਂ ਵਿਚਕਾਰ ਬਹੁਤ ਗਹਿਰਾ ਸੰਬੰਧ ਹੈ। ਦੋਵੇਂ ਇੱਕ ਦੂਜੇ 'ਤੇ ਨਿਰਭਰ ਹਨ। ਅਤੇ ਧੰਨਵਾਦ ਜੀ। ਆਪਣੇ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਧੰਨਵਾਦ ਜੀ।